रोटी दे दे। आ गया वा पूरा खेत करके आया वा। देख ले ना होया ना ते मैं तेनों नहीं छड़ना। की रोटी सुबह 9 बजे ते तू खा के गया वा, इन्नी छेती तेरी रोटी याद आ गई। ਜਦੋਂ ਤੇਰਾ ਭਰਾ ਉੱਠੇਗਾ ਨਾ ਫੇਰ ਹੀ ਰੋਟੀ ਮਿਲੇਗੀ ਤੈਨੂੰ ਵੀ। ਸੁਬਾਹ 9 ਵਜੇ ਤਾਂ ਗਿਆ ਹੋਇਆ ਭਾਬੀ, ਭੁੱਖ ਲੱਗ ਹੀ ਜਾਂਦੀ ਕੰਮ ਕਰਦਿਆਂ ਕਰਦਿਆਂ। ਵੀਰੇ ਨੇ ਤਾਂ ਪਤਾ ਨਹੀਂ ਕਦੋਂ ਉੱਠਣਾ ਵਾ। ਤੂੰ ਮੈਨੂੰ ਤਾਂ ਰੋਟੀ ਦੇ ਦੇ। ਕੀ ਮੈਂ ਨੁਕਰਾਨੀ ਨਹੀਂ ਤੁਹਾਡੀ। ਇੱਕ ਹੀ ਵਾਰੀ ਰੋਟੀ ਪਕੜੀ, ਜਦੋਂ ਤੇਰਾ ਭਰਾ ਉੱਠੇਗਾ ਮੈਂ ਆਰਾਮ ਵੀ ਕਰਨਾ ਵਾ। ਜਾ ਰਹੀ ਆ ਮੈਂ। ਵਾਹ ਮਾਲਕਾ, ਮਾਂ ਮਰ ਗਈ, ਭਰਜਾਈ ਨੇ ਤੇ ਰਵੱਈਆ ਹੀ ਬਦਲ ਲਿਆ। ਹੁਣ ਵੀਰਾ ਆਊਗਾ ਤੇ ਵੀਰੇ ਨਾਲ ਮੈਂ ਗੱਲ ਕਰਾਂਗਾ। ਬੇਗਮ ਬੇਗਮ, ਇਹ ਤੂੰ ਕੀ ਗੱਲ ਕਰਨ ਰਹੀ ਆ? ਉਹ ਮੇਰਾ ਛੋਟਾ ਭਰਾ ਵਾ, ਮੇਰੇ ਤੋਂ ਇਲਾਵਾ ਉਹਦਾ ਹੈਗਾ ਕੌਣ ਆ ਦੁਨੀਆ ਤੇ? ਪਾਗਲ ਹੋ ਗਈ ਆ ਤੂੰ? ਪਾਗਲ ਨਾ ਤੁਸੀਂ ਹੋਏ ਹੋ। ਉਹਨੂੰ ਤੇ ਇਸਾ ਸਿਰ ਤੇ ਚੜਾਇਆ ਹੋਇਆ ਜਿਸ ਤਰ੍ਹਾਂ ਉਹ ਮਹਾਰਾਜਾ ਵਾ ਤੇ ਆਪਣੀ ਔਲਾਦ ਕੋਈ ਨਹੀਂ। ਬਾਹਰ ਨਿਕਲੋ ਤੇ ਮੈਂ ਰੋਟੀ ਪਕਾਵਾਂ ਤੇ ਖਾਓ ਤੁਸੀਂ ਆ ਕੇ। ਇਹ ਤੇ ਪਾਗਲ ਹੋਈ ਆ। ਮਾਂ ਪਿਓ ਮਰਨ ਤੋਂ ਬਾਅਦ ਸਾਰੇ ਕੰਮ ਤੇ ਉਹ ਕਰਦਾ, ਸਾਰੀ ਦਿਹਾੜੀ ਸਾਰੇ ਕੰਮ ਖੇਤਾਂ ਦੇ ਸਾਂਭਦਾ। ਮੇਰੀ ਤੇ ਜਦੋਂ ਦੀ ਲੱਤ ਟੁੱਟੀ ਹੈ ਮੇਰੇ ਕੋਲ ਤੇ ਹੁੰਦਾ ਹੀ ਕੁਛ ਨਹੀਂਗਾ। ਐਵੇਂ ਉਹਨੂੰ ਬੋਲਦੀ ਰਹਿੰਦੀ ਆ। ਇਹਨੂੰ ਸਮਝਾਣਾ ਵਾ ਅੱਜ, ਉਹ ਤੇ ਉਹਦਾ ਖਿਆਲ ਕਰਿਆ ਕਰ। ਹਾਂ ਵੀ ਚਿੱਟਿਆ, ਕੀ ਹਾਲ ਆ ਤੇਰਾ? ਕੀ ਕਰੀ ਜਾਂਦਾ ਵਾ? ਕੁਝ ਨਹੀਂ ਭਾਈ, ਬਸ ਥੋੜੀ ਮਸ਼ੀਨ ਖਰਾਬ ਹੋਈ ਸੀ, ਮੈਂ ਕਿਹਾ ਸਹੀ ਕਰ ਲਈ। ਹੋ ਗਈ ਆ ਕਿ ਰਹਿੰਦੀ ਹਲੇ? ਨਹੀਂ ਹੋ ਗਈ ਹੁਣ ਭਾਈ। ਭਾਈ ਨਾਲੇ ਇੱਕ ਤੈਨੂੰ ਗੱਲ ਦੱਸਣੀ ਹੈ ਯਾਰ। ਕੀ ਗੱਲ ਆ ਦੱਸ ਮੇਰਾ ਪੁੱਤ। ਭਾਈ ਅੱਜ ਕੱਲ ਭਾਬੀ ਬੜੀ ਉੱਡ ਉੱਡ ਕੇ ਪੈਂਦੀ ਹੈ। ਕਿਉਂ ਕੀ ਹੋਇਆ? ਮੈਂ ਤਾਂ ਸਿਰਫ ਰੋਟੀ ਮੰਗੀ ਸੀ, ਅੱਗੋਂ ਮੈਨੂੰ ਬੋਲੀ ਸੀ। ਬਾਈ ਮੈਂ ਤਾਂ ਜਦੋਂ ਰੋਟੀ ਮੰਗ ਲੈਣਾ ਮੈਨੂੰ ਤਾਂ ਟੁੱਟ ਕੇ ਪੈ ਜਾਂਦੀ ਆ। ਨਾਲੇ ਬਾਈ ਉਹਨੂੰ ਥੋੜਾ ਸਮਝਾ, ਮੈਂ ਤਾਂ ਤੇਰਾ ਛੋਟਾ ਭਰਾ ਵਾਂ, ਮੈਂ ਤਾਂ ਕੋਈ ਗੈਰ ਤਾਂ ਨਹੀਂ ਨਾ ਹੈਗਾ। ਵੀਰੇ ਕਹਿ ਤੇ ਤੂੰ ਠੀਕ ਹੀ ਰਿਹਾ ਵਾ, ਮੈਂ ਵੀ ਕਿੰਨੇ ਦਿਨਾਂ ਤੋਂ ਨੋਟ ਕਰ ਰਿਹਾ ਵਾ। ਮੈਂ ਬੁਲਾਣਾ ਉਹਨੂੰ, ਸਮਝਾਣਾ ਵਾ। ਪਰੇਸ਼ਾਨ ਨਾ ਹੋ ਮੇਰਾ ਭਰਾ, ਕੰਮ ਤੇ ਦਿਲ ਲਾ ਤੂੰ, ਮੈਂ ਸਮਝਾਣਾ ਵਾ। ਕੀ ਗੱਲ ਆ? ਇਹ ਗੱਲ ਛੋਟੇ ਨਾਲ ਬੜਾ ਤੂੰ ਉਕੜੀ ਉਕੜੀ ਰਹਿਨੀ ਆ, ਕੀ ਰੋਲਾ ਵਾ? ਮੈਂ ਠੀਕ ਹੈ। ਉਹ ਮੈਨੂੰ ਤੇਰੀ ਸ਼ਿਕਾਇਤ ਲਾਉਣ ਦਿਆ ਸੀ। ਅੱਛਾ ਹੁਣ ਸ਼ਿਕਾਇਤਾਂ ਤੱਕ ਗੱਲ ਪਹੁੰਚ ਗਈ। 10 ਮਿੰਟ ਰੋਟੀ ਕੀ ਲੇਟ ਹੋ ਜਾਏ ਉਹ ਤੇ ਸ਼ਿਕਾਇਤਾਂ ਲਾਉਣ ਤੋਂ ਪੈਂਦਾ ਤੁਹਾਨੂੰ। ਮੈਂ ਕਹਿੰਦਾ ਨੌਕਰਾਨੀ ਹੈ ਇਸ ਘਰ ਦੀ, ਜਦੋਂ ਟਾਈਮ ਮਿਲਦਾ ਮੈਂ ਪਕਾ ਦਿੰਦੀ ਆ। ਤੈਨੂੰ ਨੁਕਰਾਨੀ ਸਮਝਿਆ ਕਿਨੇ ਆ? ਤੂੰ ਘਰ ਦੀ ਮਾਲਕਣ ਆ। ਜਿੰਨਾ ਮੇਰਾ ਹਿੱਸਾ ਨਾ ਜਾਇਦਾਦ 'ਚ, ਓਨਾ ਹੀ ਉਹਦਾ ਵਾ। ਉਹਦਾ ਵੀ ਖਿਆਲ ਕਰਿਆ ਕਰ ਤੇ ਤੇਰਾ ਫਰਜ਼ ਵਾ ਉਹਦਾ ਖਿਆਲ ਕਰ। ਹਿੱਸਾ ਹੈਗਾ ਨਾ ਤੇ ਮੈਂ ਬਰਦਾਸ਼ਤ ਨਹੀਂ ਕਰ ਸਕਦੀ। ਹਿੱਸਾ ਵੀ ਤੁਸੀਂ ਆਪਣੇ ਨਾਮ ਲਵਾਓ ਤੇ ਉਹਨੂੰ ਬਾਹਰ ਕੱਢੋ। ਬਹੁਤ ਹੋ ਗਿਆ। ਤੇਰਾ ਦਿਮਾਗ ਠੀਕ ਆ? ਉਹ ਮੇਰਾ ਛੋਟਾ ਭਰਾ ਵਾ, ਉਹ ਲੈ ਕੇ ਨਹੀਂ ਪਾਲਿਆ ਹੋਇਆ। ਅਸੀਂ ਉਹਨਾਂ ਮੁਹੱਬਤ ਕਰਦੇ ਆ ਤੇ ਤੂੰ ਵੀ ਉਹਨਾਂ ਮੁਹੱਬਤ ਨਾਲ ਰਿਹਾ ਕਰ। ਕਿ ਤੁਸੀਂ ਨਾ ਉਹਦਾ ਹਿੱਸਾ ਆਪਣੇ ਨਾਮ ਲਵਾਓ ਤੇ ਉਹਨੂੰ ਬਾਹਰ ਕੱਢ ਦਿਓ। ਜਦੋਂ ਉਹਦਾ ਵਿਆਹ ਹੋ ਗਿਆ ਨਾ ਤੇ ਉਹਦੀ ਬੁੱਢੀ ਨੇ ਆ ਕੇ ਸਾਨੂੰ ਵੀ ਕੱਢ ਦੇਣਾ ਵਾ, ਕਿਉਂਕਿ ਤੁਹਾਡੀ ਤੇ ਲੱਤ ਟੁੱਟੀ ਹੈ। ਤੁਸੀਂ ਤੇ ਕੰਮ ਕਰ ਨਹੀਂ ਸਕਦੇ, ਉਹੀ ਕੰਮ ਕਰਦਾ ਵਾ। ਫਿਰ ਉਹਨੇ ਕਹਿਣਾ ਸਾਰਾ ਘਰ ਹੀ ਮੇਰਾ ਵਾ, ਮੈਨੂੰ ਵੀ ਬਾਹਰ ਕੱਢ ਦੇਣਾ, ਤੁਹਾਨੂੰ ਬਾਹਰ ਕੱਢਣਾ, ਫਿਰ ਸਾਡੇ ਪੱਲੇ ਕੀ ਰਹਿ ਜਾਣਾ ਵਾ? ਤੁਸੀਂ ਆਪ ਆਪਣੇ ਅਕਲ ਨੂੰ ਹੱਥ ਮਾਰੋ। ਤੁਹਾਨੂੰ ਪਤਾ ਨਹੀਂ ਚੱਲਦਾ ਕੁਝ ਵੀ, ਕਿਉਂ ਬੋਲ ਰਹੀ ਆ? ਇਸੇ ਵਜ੍ਹਾ ਤੋਂ ਬੋਲ ਰਹੀ ਹਾਂ। ਭਲੀਏ ਕਹਿ ਤੇ ਤੂੰ ਠੀਕ ਰਹੀ ਆ। ਤੂੰ ਏਦਾਂ ਕਰ, ਉੱਤੇ ਜ਼ੁਲਮ ਵਧਾ ਦੇ। ਪਰ ਮੈਨੂੰ ਇੱਕ ਗੱਲ ਦੱਸ, ਆਪਾਂ ਉਹਦੇ ਕੋਲੋਂ ਜਾਇਦਾਦ ਕਿੱਦਾਂ ਆਪਣੇ ਨਾਮ ਲਵਾਵਾਂਗੇ? ਕਰਨਾ ਕੀ ਹੈ? 2 ਦਿਨ ਮੈਂ ਉਹਦੇ ਨਾਲ ਪਿਆਰ ਨਾਲ ਗੱਲਾਂ ਕਰਾਂਗੀ, ਸਮਝਾਵਾਂਗੀ, ਤੇ ਫਿਰ ਬਾਅਦ ਚ ਉਹਨੂੰ ਕਵਾਂਗੀ ਕਿ ਤੇਰਾ ਬੈਂਕ 'ਚ ਤੁਸੀਂ ਨया ਖਾਤਾ ਖੁਲਵਾਣਾ, ਤੇ ਉਹਨੇ ਆਰਾਮ ਨਾਲ ਸਾਈਨ ਕਰ ਦੇਣੀ ਹੈ। ਤੁਸੀਂ ਛੱਡੋ ਗੱਲਾਂ, ਮੇਰੇ ਛੱਡ ਦਿਓ ਸਾਰਾ ਕੁਝ। ਠੀਕ ਆ, ਫਿਰ ਮੈਂ ਅੱਜ ਹੀ ਪਟਵਾਰੀ ਨੂੰ ਕਹਿਣਾ ਵਾ, ਮੈਂ ਜਾਇਦਾਦ ਦੇ ਕਾਗਜ਼ ਤਿਆਰ ਕਰਾ ਕੇ ਤੈਨੂੰ ਦਿੰਦਾ ਵਾ। ਤੂੰ ਪਿਆਰ ਨਾਲ ਉਹਦੇ ਕੋਲੋਂ ਸਾਈਨ ਕਰਾ ਦੇ। ਇਹ ਅੱਜ ਤੁਸੀਂ ਸਮਝਦਾਰਾਂ ਵਾਲੀ ਗੱਲ ਕੀਤੀ ਹੈ। ਤੇ ਹੁਣ ਤੁਸੀਂ ਨਾ ਪਟਵਾਰੀ ਕੋਲੋਂ ਕਾਗਜ਼ ਬਣਵਾਓ ਤੇ ਬਾਕੀ ਕੰਮ ਮੇਰੇ ਤੇ ਛੱਡ ਦਿਓ, ਮੈਂ ਆਪ ਸਾਈਨ ਕਰਵਾ ਲਾਂਗੀ। ਚੱਲ ਠੀਕ ਆ, ਮੈਂ ਕਰਦਾ ਪਟਵਾਰੀ ਨੂੰ ਫੋਨ ਤੇ ਜਾਣਾ ਉਹਦੇ ਕੋਲ। ਮੈਂ ਅੱਜ ਹੀ ਕਾਗਜ਼ ਬਣਵਾ ਕੇ ਤੈਨੂੰ ਦਿੰਦਾ ਵਾ, ਤੂੰ ਕਰ ਲਾ ਜਿਹੜੇ ਸਾਈਨ ਕਰਵਾਉਣੇ। ਠੀਕ ਆ ਬੇਟਿਆ, ਮੈਂ ਤੇਰੇ ਵਾਸਤੇ ਨਾ ਨਾਲ ਵਾਲੇ ਪਿੰਡ 'ਚ ਕੁੜੀ ਵੇਖੀ ਹੈ। ਜੇ ਤੂੰ ਕਹਿੰਦਾ ਤੇ ਮੈਂ ਉਹਨਾਂ ਦੇ ਮਾਪਿਆਂ ਨੂੰ ਬੁਲਾ ਲਵਾਂ। ਬੁਲਾ ਲਓ ਭਾਬੀ, ਜਿੱਦਾਂ ਤੁਹਾਨੂੰ ਚੰਗਾ ਲੱਗਦਾ। ਚੱਲ ਠੀਕ ਆ, ਮੈਂ ਕੱਲ ਹੀ ਉਹਨਾਂ ਨੂੰ ਫੋਨ ਕਰਕੇ ਬੁਲਾ ਲੈਂਦੀ ਹਾਂ। ਵਾਹ ਮਾਲਕਾ, ਸ਼ੁਕਰ ਆ ਭਾਬੀ ਠੀਕ ਹੋ ਗਈ। ਤੂੰ ਇੱਥੇ ਖੜੀ ਆ, ਤੈਨੂੰ ਮੈਂ ਸਾਰੇ ਘਰ 'ਚ ਲੱਭਣ ਦਿਆ ਵਾ। ਕੀ ਕਰਨ ਗਈ ਇੱਥੇ? ਕੁਛ ਨਹੀਂ, ਮੈਂ ਇੱਥੇ ਐਸੀ ਬੈਠੀ ਸੀ। ਕਿਉਂ?
ਇੱਥੇ ਕੀ ਕਰ ਰਹੀ ਬੈਠੀ? ਤੇ ਸਕੂਲ? ਮੈਂ ਗਿਆ ਸੀ ਪਟਵਾਰੀ ਤੋਂ ਅੱਛਾ। ਤੇ ਕਾਗਜ਼ ਵਗੈਰਾ ਬਣਵਾ ਲਿਆ ਆਇਆ ਵਾਂ। ਹਾਂ। ਹੁਣ ਤੇਰਾ ਕੰਮ ਆ ਕਿ ਉਹਦੇ ਕੋਲੋਂ ਸਾਈਨ ਕਰਾਣੇ ਤੇ ਦੇਖ ਲਈ ਉਹਨੂੰ ਪਤਾ ਨਾ ਲੱਗੇ। ਮੇਰਾ ਛੋਟਾ ਭਰਾ ਵਾ, ਪਤਾ ਲੱਗ ਗਿਆ ਨਾ ਤੇ ਆਪਾਂ ਖਾਨਦਾਨ ਚ ਗੰਦੇ ਹੋ ਜਾਵਾਂਗੇ। ਇਹ ਮਰਨ ਜੋਗਾ ਨਾ ਇਧਰੋਂ ਦਫਾ ਹੋ ਜਾਏ ਤੇ ਚੰਗਾ ਵਾ। ਤੂੰ ਫਿਕਰ ਹੀ ਨਾ ਕਰ, ਮੈਂ ਇੰਜ ਦਾ ਪਿਆਰ ਕਰਾਂਗੀ ਕਿ ਉਹਨੂੰ ਪਤਾ ਹੀ ਨਹੀਂ ਚੱਲਣਾ। ਮੈਂ ਪਟਵਾਰੀ ਨਾਲ ਗੱਲ ਕਰ ਲਈ ਆ, ਉਹਨੇ ਲੈਣਾ ਮੇਰੇ ਕੋਲ ਪੂਰਾ ਲੱਖ ਰੁਪਈਆ। ਉਹਨੇ ਆਪੇ ਹੀ ਸਾਰਾ ਕੁਝ ਕਰ ਦੇਣਾ। ਇੱਕ ਵਾਰੀ ਆਪਣੇ ਨਾਮ ਹੋ ਜਾਵੇ ਤੇ ਭੁਆ ਮਰ ਜਾਵੇ, ਅੱਲਾ ਖੈਰ ਕਰੇਗਾ। ਮੈਂ ਪਹਿਲੇ ਇਹ ਸੋਚ ਰਹੀ ਸੀ ਕਿ ਉਹਨੂੰ ਜ਼ਹਿਰ ਦੇ ਕੇ ਮਾਰਾਂ, ਲੇਕਿਨ ਪਹਿਲੇ ਨਾ ਜ਼ਮੀਨ ਆਪਣੇ ਨਾਮ ਹੋ ਜਾਂਦੇ ਤੇ ਫਿਰ ਇਹਦਾ ਮੈਂ ਕੋਈ ਹੱਲ ਕੱਢਦੀ। ਭਲੀ ਸਾਨੂੰ ਮਾਰਨ ਦੀ ਕੀ ਲੋੜ ਆ? ਮਾਰ ਤੇ ਉਹਨੇ ਆਪੇ ਹੀ ਜਾਣਾ। ਜਦੋਂ ਉਹਨੂੰ ਪਤਾ ਲੱਗਦਾ ਮੇਰੇ ਪੱਲੇ ਵਿਆਹ ਹੀ ਕੱਟ ਨਹੀਂ, ਵੀਰਾ ਲੈ ਗਿਆ ਸਾਰਾ ਕੁਝ। ਹਾਂਜੀ ਭਾਜੀ, ਬੁਲਾਇਆ ਸੀਗਾ ਮੈਨੂੰ? ਹਾਂ, ਮੈਂ ਤੈਨੂੰ ਪੁੱਤ ਸੱਦਿਆ ਸੀਗਾ, ਤੇਰੇ ਨਾਲ ਕੰਮ ਆ ਥੋੜਾ ਜਿਹਾ। ਉਹ ਤਾਂ ਅੱਜ ਨਾ ਤੂੰ ਮੇਰੇ ਨਾਲ ਪਟਵਾਰੀ ਕੋਲ ਜਾਣਾ ਵਾ। ਉੱਥੇ ਆਪਾਂ ਨੂੰ ਇੱਕ ਛੋਟਾ ਜਿਹਾ ਕੰਮ ਆ। ਉਹਨੇ ਸੱਦਿਆ ਵਾ, ਇੱਕ ਜਗ੍ਹਾ ਤੇ ਤੇਰੇ ਕੋਲ ਸਾਈਨ ਕਰਾਣੇ ਆ, ਉਹ ਬੜੇ ਜ਼ਰੂਰੀ ਆ। ਕਹਿੰਦਾ ਸੀ ਉਹਨੂੰ ਸੱਦੀ ਤੇ ਤੂੰ ਮੇਰੇ ਨਾਲ ਚੱਲਣਾ। ਠੀਕ ਆ ਪੁੱਤ? ਜਿੱਥੇ ਕਹੋਗੇ ਭਾਜੀ ਮੈਂ ਤੁਹਾਡੇ ਨਾਲ ਚਲੇ ਚੱਲਦਾ। ਤੁਹਾਡੀ ਖਾਤਰ ਮੈਂ ਜਾਨ ਵੀ ਦੇ ਦਾਂਗਾ। ਚਿਟਿਆ, ਇਹ ਤੂੰ ਕੀ ਕਹਿ ਰਿਹਾ ਹੈ? ਮਰਨ ਤੇਰੇ ਦੁਸ਼ਮਣ, ਤੂੰ ਮੇਰਾ ਭਰਾ ਹੈ। ਚਿੱਟੇ, ਤੂੰ ਕਿਉਂ ਮਰਨਾ? ਵੀਰੇ, ਮੈਂ ਬਾਹਰ ਲੋਕ ਕੇ ਤੁਹਾਡੀਆਂ ਸਾਰੀਆਂ ਗੱਲਾਂ ਸੁਣਨੀਆਂ ਸੀ। ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਮੇਰੇ ਨਾਲ ਏਦਾਂ ਕਰੋਗੇ, ਲੇਕਿਨ ਮਾਂ ਮਰਨ ਲੱਗੀ ਮੈਨੂੰ ਕਹਿ ਗਈ ਸੀ ਇਹੀ ਤੇਰੀ ਮਾਂ ਵਾ ਤੇ ਇਹੀ ਤੇਰਾ ਪਿਓ ਆ। ਪਰ ਏਦਾਂ ਦਾ ਮਾਂ ਪਿਓ ਮੈਨੂੰ ਨਹੀਂ ਚਾਹੀਦਾ, ਨਹੀਂ ਚਾਹੀਦਾ। ਹੈ ਤੇ ਉਹ ਛੋਟਾ ਵਾ, ਪਰ ਗੱਲ ਵੱਡੀ ਕਰ ਗਿਆ। ਜਾਇਦਾਦ ਦੀ ਲਾਲਚ 'ਚ ਅੱਜ ਆਪਣਾ ਕੁੱਤਾ ਵਰਗਾ ਭਰਾ ਖੋ ਬੈਠੇ ਆ। ਤਾਂ ਤੇ ਤੁਸੀਂ ਸਾਰੀ ਸਹੀ ਕਹਿ ਰਹੇ ਹੋ। ਮੇਰੇ ਕੋਲ ਨਾ ਬਹੁਤ ਵੱਡੀ ਗਲਤੀ ਹੋ ਗਈ। ਮੈਂ ਹੀ ਤੇ ਤੁਹਾਨੂੰ ਮਸ਼ਵਰਾ ਦਿੱਤਾ ਸੀ ਤੇ ਤੁਸੀਂ ਨਾ ਮੈਨੂੰ ਮਾਫ ਕਰ ਦਿਓ। ਹੁਣ ਮੈਨੂੰ ਅਹਿਸਾਸ ਹੋ ਗਿਆ, ਅੱਜ ਤੋਂ ਬਾਅਦ ਮੈਂ ਉਹਨੂੰ ਤੇਵਰ ਨਹੀਂ ਆਪਣਾ ਪੁੱਤ ਸਮਝਾਂਗੀ। ਗਲਤੀ ਹੋ ਗਈ ਮੇਰੇ ਕੋਲ ਬਹੁਤ ਵੱਡੀ।